श्री वाहिगुरु साहिब जी। सिमृत शास्त्र पुण्य पाप विचार दे, ततै सार न जानी। ततै सार न जानी गुरु बाजों, ततै सार न जानी। तेहि गुणी संसार भ्रम सुत्ता, सुत्तिया रैन विहानी। गुर किरपा ते से जन जागे, जिन्ना हर मन वसिया। बोलहै अमृत बाणी, कहै नानक सो तत पाए। जिसनो अन दिन हर लिव लागै, जागत रैन विहानी। कहै नानक सो तत पाए। जिसनो अन दिन हर लिव लागै, जागत रैन विहानी। वाहिगुरु जी का खालसा, वाहिगुरु जी की फतेह। धन धन सतगुरु चावर छतर तख्त दे मालक, कलयुग दे रक्षक, बाणी दे बोहित श्री गुरु ग्रंथ साहिब सच्चे पातशाह जी दी पावन हजूरी अंदर जुड़ बैठी गुरु प्यारी साध संगत। सतगुरां ने बड़ी रहमत की है, जो रोजाना आप जी अमृत वेले दियां इन्हां घड़ियां नूं सफलाउंदे हो, जीवन दे मनोरथ नूं समझदे हो ते सतगुरां दा उपदेश अपने जीवन च कमाउण दा यतन करदे हो। आप जी पिछले दिनां तो लड़ीवार चल रही श्री आनंद साहिब की बाणी की विचार सरवण कर रहे हो। उन्हें आप जी ने जो 27वीं पौड़ी है श्री आनंद साहिब बाणी की, ये पावन पौड़ी का मूल पाठ सरवण किया है। सतगुरां ने की रहमतां बख्शिशां इस पौड़ी द्वारा साडे उत्ते कीतियां ने। किवें ये पौड़ी साडे उस मनोरथ नूं पूरा करदी है, जो आनंद दा मनोरथ धारण करके आपां गुरु दे कोल आउणे आ। वो रहमतां दी बख्शिशां दी जो सतगुरु अज गल करनगे इस पौड़ी दे अंदर, वो आपां विचारन दा यतन करना है। आरंभता तो पहलों अपनियां मनोबिरतियां नूं करो एकागर। सारे आखो जी सतनाम श्री वाहिगुरु साहिब जी। सिमरत शास्त्र पुण्य पाप विचार दे, ततै सार ना जानी। साध संगत, मनुख इस संसार ते जेकर आया है तो इस संसार ते उहदा एक मनोरथ है, एक टीचा है, वो वाहिगुरु ने मिथ्या होया है। ते एक तत्त दी विचार करन वास्ते आया है। शब्द सतगुरां ने अज तत्त वरते ने। तत्त की हुंदा है साध संगत, कि वो अमल, वो गुण जिन्हां दे नाल जीवन ने बदलना हुंदा है, उहनूं तत्त कहा जाता है। जिवें साध संगत जिहड़ी तत्त दी चीज़ हुंदी है ना, उहनूं सांभ के भी बड़ा रखिया जाता। तत्त दी चीज़ जिहदा मुੱਲ होवे कोई,
ਜਿਹਦਾ ਮੁੱਲ ਹੋਵੇ ਉਹਨੂੰ ਸਾਂਭ ਕੇ ਰੱਖਿਆ ਜਾਂਦਾ ਹੈ ਅਤੇ ਉਹਦੇ ਨਾਲ ਉਹਨੂੰ ਜੀਵਨ ਦੇ ਵਿੱਚ ਜਦੋਂ ਵਰਤਿਆ ਜਾਂਦਾ ਹੈ ਅਤੇ ਉਹ ਗੁਣ ਹੋਣ ਭਾਵੇਂ ਕੋਈ ਵਸਤੂ ਹੋਵੇ ਅਤੇ ਵਾਕਈ ਉਹ ਸਭਨਾਂ ਨੂੰ ਚੰਗੀ ਲੱਗਦੀ ਹੈ। ਇਸੇ ਪ੍ਰਕਾਰ ਮਹਾਰਾਜ ਨੇ ਨਾਲ ਹੀ ਇੱਕ ਸ਼ਬਦ ਹੋਰ ਵਰਤਿਆ ਹੈ, ਪਾਪ ਪੁੰਨ। ਅਤੇ ਸਾਧ ਸੰਗਤ, ਪਾਪ ਪੁੰਨ ਕਦੇ ਵੀ ਤੱਤ ਨਹੀਂ ਹੁੰਦਾ। ਤੱਤ ਕੀ ਹੈ ਮਨੁੱਖਾ ਜੀਵਨ ਦਾ? ਉਹ ਗੁਰਬਾਣੀ ਨੇ 3 ਗੱਲਾਂ ਸਾਨੂੰ ਦੱਸੀਆਂ। 3 ਚੀਜ਼ਾਂ ਦੀ ਵਿਚਾਰ ਬਾਣੀ ਕਹਿੰਦੀ ਕਰ ਲੈ। ਉਹ 3 ਤੱਤ ਸਮਝ ਲੈ ਜੀਵਨ ਦੇ, ਅਤੇ ਜੇ ਉਹ 3 ਤੱਤ ਸਮਝ ਲਵੇਂਗਾ ਤਾਂ ਤੇਰਾ ਜੀਵਨ ਦਾ ਪਾਰ ਉਤਾਰਾ ਹੋ ਜਾਏਗਾ। ਉਹ 3 ਤੱਤ ਕਿਹੜੇ ਨੇ ਜਿਹੜਾ ਗੁਰਬਾਣੀ ਦੱਸਦੀ ਹੈ? ਪਹਿਲਾ ਤੱਤ ਹੈ ਸਾਧ ਸੰਗਤ, ਆਪਣੇ ਆਪੇ ਦੀ ਵਿਚਾਰ ਕਰਨੀ, ਆਪਣੇ ਆਪੇ ਨੂੰ ਸਮਝਣਾ ਕਿ ਮੈਂ ਕੀ ਹਾਂ, ਮੇਰਾ ਮਨੋਰਥ ਕੀ ਹੈ, ਇਹ ਸਮਝਣਾ, ਆਪਣੇ ਆਪ ਨੂੰ ਜਾਣਨਾ, ਜਿਹਦੇ ਬਾਰੇ ਗੁਰਬਾਣੀ ਵਾਰ-ਵਾਰ ਸਾਨੂੰ ਕਹਿੰਦੀ ਹੈ, ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੀ, ਕਦ ਕੀ ਮਾਈ ਬਾਪ ਕਦ ਕੇਰਾ ਕਿੱਦੂ ਥਾਊ ਹਮ ਆਏ। ਸਮਝ ਆਪਣੇ ਆਪ ਨੂੰ, ਕਿੱਥੋਂ ਆਇਆ ਤੂੰ, ਕਰਨ ਕੀ ਆਇਆ। ਇਹ ਹੈ ਸਾਧ ਸੰਗਤ ਆਪਣੇ ਆਪੇ ਦੀ ਵਿਚਾਰ। ਜਿਵੇਂ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਇਹ ਆਪਣੇ ਆਪੇ ਦੀ ਵਿਚਾਰ ਕਰ, ਤੂੰ ਕੀ ਆ, ਆਪਣੇ ਅੰਦਰ ਝਾਕਣਾ ਕਰ। ਇੱਕ ਇਹ ਤੱਤ ਹੈ। ਦੂਸਰਾ ਤੱਤ ਜਿਹੜਾ ਹੈ ਸਾਧ ਸੰਗਤ, ਉਹ ਗੁਰਬਾਣੀ ਸਾਨੂੰ ਦੱਸਦੀ ਹੈ ਕਿ ਦੁਨੀਆ ਕੀ ਹੈ, ਸੰਸਾਰ ਕੀ ਹੈ, ਉਹਦੇ ਬਾਰੇ ਗੁਰਬਾਣੀ ਸਾਨੂੰ ਵਾਰ-ਵਾਰ ਸਮਝਾਉਂਦੀ ਹੈ। ਦੂਸਰਾ ਤੱਤ ਹੈ ਜ਼ਿੰਦਗੀ ਦਾ ਸਮਝਣਯੋਗ। ਗੁਰਬਾਣੀ ਕਹਿੰਦੀ ਆ, ਦੁਨੀਆ ਮੁਕਾਮੈ ਫਾਨੀ ਤਹਿਕੀਕ ਦਿਲਦਾਨੀ, ਮਮ ਸਰ ਮੁਏ ਇਜਰਾਇਲ ਗ੍ਰਿਫਤੈ ਦਿਲ ਹੇਚ ਨਾਦਾਨੀ। ਕਿ ਦੁਨੀਆ ਕੀ ਹੈ? ਫਾਨੀ ਹੈ, ਖਤਮ ਹੋਣ ਵਾਲੀ ਹੈ। ਜਿਹਦੇ ਪਿੱਛੇ ਲੱਗ ਕੇ ਤੇ ਤੂੰ ਇਹ ਸਾਰਾ ਕੁਝ ਕਰਦਾ, ਇਹ ਸਮਝ ਲਈ ਕਿ ਇਹਨੇ ਨਾਲ ਨਹੀਂ ਜਾਣਾ। ਤੇਰੇ ਮੌਤ ਨੇ ਤੈਨੂੰ ਵਾਲਾਂ ਤੋਂ ਫੜਿਆ ਹੋਇਆ ਹੈ ਅਤੇ ਤੈਨੂੰ ਲੈ ਜਾਣਾ, ਇਹ ਗੱਲ ਯਾਦ ਰੱਖੀ। ਅਤੇ ਦੁਨੀਆ ਕਾਰਨ ਦੀਨ ਗਵਾਇਆ, ਮਹਾਰਾਜ ਨੇ ਸ਼ਬਦ ਹੀ ਵਰਤਿਆ, ਦੁਨੀਆ ਦੇ ਕਰਕੇ ਮਨੁੱਖ ਦੀਨ ਗਵਾ ਜਾਂਦਾ। ਇੱਥੋਂ ਤੱਕ ਕਬੀਰ ਸਾਹਿਬ ਕਹਿੰਦੇ, ਮਨੁੱਖ ਨੇ ਇੱਕ ਕੁਹਾੜਾ ਫੜਿਆ ਹੋਇਆ ਹੈ ਅਤੇ ਉਸ ਕੁਹਾੜੇ ਨਾਲ ਜਿਹੜੀ ਟਾਹਣੀ 'ਤੇ ਬੈਠਾ ਉਹਨੂੰ ਵੱਢੀ ਜਾਂਦਾ ਹੈ। ਅਤੇ ਦੁਨੀਆ ਦੀ ਖਾਤਰ ਆਪਣੇ ਪੈਰ 'ਤੇ ਕੁਹਾੜਾ ਮਾਰੀ ਜਾਂਦਾ ਹੈ। ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ, ਆਪਣੇ ਹੱਥੀਂ ਪੈਰ 'ਤੇ ਕੁਹਾੜਾ ਮਾਰ ਲੈਂਦਾ। ਕਹਿਣ ਤੋਂ ਭਾਵ ਕਿ ਦੂਸਰਾ ਤੱਤ ਸਾਨੂੰ ਗੁਰਬਾਣੀ ਦੱਸਦੀ ਹੈ ਕਿ ਭਾਈ ਤੇਰੀ ਜ਼ਿੰਦਗੀ ਦਾ ਮਨੋਰਥ ਹੈ ਕਿ ਫਾਨੀ ਸੰਸਾਰ ਹੈ, ਇਹਨੇ ਨਾਸ਼ ਹੋ ਜਾਣਾ ਹੈ ਅਤੇ ਇਹਨੇ ਤੇਰੇ ਨਾਲ ਸਦਾ ਨਹੀਂ ਜਾਣਾ। ਇਹ ਦੂਸਰਾ ਤੱਤ ਹੈ। ਪਹਿਲਾ ਤੱਤ ਆਪੇ ਦੀ ਵਿਚਾਰ ਕਰਨੀ, ਆਪਣੇ ਆਪੇ ਨੂੰ ਸਮਝਣਾ ਕਿ ਮੇਰਾ ਕੀ ਮਨੋਰਥ ਹੈ। ਅਤੇ ਦੂਸਰੀ ਗੱਲ ਹੈ ਕਿ ਸੰਸਾਰ ਕੀ ਹੈ, ਉਹਨੂੰ ਸਮਝਣਾ। ਅਤੇ ਤੀਸਰਾ ਤੱਤ ਸਭ ਤੋਂ ਨਿਰਮੋਲ ਤੱਤ ਹੈ, ਉਹ ਹੈ ਉਸ ਵਾਹਿਗੁਰੂ ਦੀ ਵਿਚਾਰ ਕਰਨੀ, ਉਸ ਅਕਾਲ ਪੁਰਖ ਨੂੰ ਸਮਝਣਾ, ਉਹਦੇ ਬਾਰੇ ਜਾਣਨ ਦੀ ਇੱਛਾ ਰੱਖਣੀ, ਉਹਦੇ ਨਾਲ ਜੁੜਨਾ। ਅਤੇ ਨਾਲ ਹੀ ਗੁਰਬਾਣੀ ਨੇ ਇਹ ਵੀ ਕਹਿ ਦਿੱਤਾ ਕਿ ਜਾਣ ਨਹੀਂ ਤੂੰ ਸਕਦਾ, ਕਿਉਂਕਿ ਅਗੰਮ ਅਪਹੁੰਚ ਅਪਾਰ ਹੈ ਉਹ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੇ ਸਮਝ ਨਹੀਂ ਸਕਦੇ ਫਿਰ ਰਸਤਾ ਕੀ ਹੈ? ਅਤੇ ਮਹਾਰਾਜ ਨੇ ਨਾਲ ਹੀ ਕਹਿ ਦਿੱਤਾ, ਅਗਲੀ ਪੰਕਤੀ ਵਿੱਚ ਸਤਿਗੁਰੂ ਦੱਸਣਗੇ ਕਿ ਗੁਰੂ ਤੋਂ ਬਾਝੋਂ ਰਸਤਾ ਨਹੀਂ ਮਿਲਣਾ ਜੇ ਉਹਨੂੰ ਸਮਝਣਾ ਹੈ ਵਾਹਿਗੁਰੂ ਨੂੰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ, ਮਹਾਰਾਜ ਕਹਿੰਦੇ ਆ ਕਿ ਭਾਈ ਇਹ ਗੱਲ ਸਮਝ ਲਾ ਕਿ ਤੱਤ ਦੀ ਵਿਚਾਰ ਕਰਨ ਵਾਸਤੇ ਤੂੰ ਸੰਸਾਰ 'ਤੇ ਆਇਆ। ਤੇਰੇ ਜੀਵਨ ਦਾ ਕੋਈ ਮਨੋਰਥ ਹੈ? ਪਹਿਲੋਂ ਆਪੇ ਨੂੰ ਸਮਝ, ਆਪਣੇ ਆਪ ਨੂੰ, ਤੂੰ ਕੀ ਕਰਦਾ ਪਿਆ ਸੰਸਾਰ ਦੇ ਉੱਤੇ, ਤੇਰਾ ਜੀਵਨ ਕਿਵੇਂ ਦਾ ਹੈ, ਕੀ ਤੂੰ ਇਹਨਾਂ ਬੰਧਨਾਂ ਤੋਂ ਮੁਕਤ ਹੋਣਾ ਚਾਹੁੰਦਾ ਹੈ ਕਿ ਨਹੀਂ ਹੋਣਾ ਚਾਹੁੰਦਾ। ਫਿਰ ਉਸ ਤੋਂ ਬਾਅਦ ਦੁਨੀਆ ਦੀ ਵਿਚਾਰ ਕਰਕੇ ਦੁਨੀਆ ਕੀ ਹੈ, ਕੀ ਇਹ ਫਾਨੀ ਸੰਸਾਰ ਮੇਰੇ ਨਾਲ ਜਾਣਾ ਹੈ। ਫਿਰ ਜਦੋਂ ਇਹ ਸਮਝ ਜਾਵੇਗਾ ਫਿਰ ਇਹ ਵਿਚਾਰ ਕਰਕੇ ਜੇ ਇਹ ਨਾਲ ਨਹੀਂ ਜਾਣਾ ਫਿਰ ਨਾਲ ਜਾਣ ਵਾਲੀ ਚੀਜ਼ ਕੀ ਹੈ? ਅਤੇ ਉਹ ਨਾਲ ਜਾਣੀ ਵਾਲੀ ਚੀਜ਼ ਹੈ ਧੰਨ ਵਾਹਿਗੁਰੂ ਅਕਾਲ ਪੁਰਖ ਸੱਚੇ ਪਾਤਸ਼ਾਹ। ਉਹਨੇ ਨਿਭਣਾ ਹੈ ਹਰ ਜਗ੍ਹਾ ਦੇ ਉੱਤੇ, ਜਿਹਨੇ ਸਾਡਾ ਸਾਥ ਦੇਣਾ ਹੈ ਅਤੇ ਨਾਮ ਬੰਦਗੀ ਦੇ ਨਾਲ ਉਹਦੀ ਪ੍ਰਾਪਤੀ ਹੋਣੀ ਹੈ। ਅਤੇ ਸੰਸਾਰ ਦੇ ਲੋਕ ਕੀ ਕਰਦੇ ਆ? ਮਹਾਰਾਜ ਪਹਿਲੀ ਪੰਕਤੀ 'ਚ ਕਹਿੰਦੇ ਆ, ਸਤਿਗੁਰ ਕਹਿੰਦੇ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰਦੇ।
ਸਿਮਰਤੀਆਂ ਸ਼ਾਸਤਰ ਬੜੇ ਗ੍ਰੰਥ ਨੇ, ਧਾਰਮਿਕ ਗ੍ਰੰਥ ਸੰਸਾਰ ਦੇ ਉੱਤੇ, ਤੇ ਉਹਨਾਂ ਧਾਰਮਿਕ ਗ੍ਰੰਥਾਂ ਦੇ ਅੰਦਰ ਵਿਚਾਰ ਵੀ ਬੜੀ ਵੱਡੀ ਵੱਡੀ ਲਿਖੀ ਗਈ। 4 ਹੁਣ ਵੇਦ ਨੇ ਸਾਡੇ ਇੱਥੇ ਹਿੰਦੁਸਤਾਨ ਦੇ ਵਿੱਚ ਲਿਖੇ ਗਏ, ਸਨਾਤਨ ਮਤ ਦੇ। ਸਿਮਰਤੀਆਂ ਲਿਖੀਆਂ ਗਈਆਂ, ਪੁਰਾਣ ਲਿਖੇ ਗਏ, ਬੜਾ ਕੁਝ ਹੈ। ਪਰ ਸਤਿਗੁਰਾਂ ਨੇ ਕਿਹਾ ਪਰ ਤੱਤ ਦੀ ਸਾਰ ਨਹੀਂ ਜਾਣਦੇ, ਤੱਤ ਨੂੰ ਸਮਝਦੇ ਨਹੀਂ, ਤੇ ਕਰਦੇ ਕੀ ਪਏ ਆ? ਪੁੰਨ ਪਾਪ ਵਿਚਾਰਦੇ ਆ, ਪੁੰਨ ਪਾਪ, ਕਿ ਇਹ ਕਰਮ ਕਰ ਲੇਗਾ ਤੇ ਇਹ ਪ੍ਰਾਪਤ ਹੋ ਜਾਏਗਾ, ਇਹ ਕਰਮ ਕਰ ਲੇਗਾ ਤੇ ਇਹ ਪ੍ਰਾਪਤ ਹੋ ਜਾਏਗਾ। ਬਸ ਇੰਨੀ ਕੁ ਗੱਲ, ਇਹੀ ਕੁਝ ਕਰਦੇ ਪਏ, ਤੇ ਲੰਬੀਆਂ ਲੰਬੀਆਂ ਵਿਚਾਰਾਂ ਜਿਹੜੀਆਂ ਦੇ ਦਿੱਤੀਆਂ। ਧੰਨ ਗੁਰੂ ਅੰਗਦ ਦੇਵ ਮਹਾਰਾਜ ਦਾ ਬੜਾ ਪਾਵਨ ਸ਼ਲੋਕ ਹੈ, ਸੇਮ ਇਸ ਸਾਰੀ ਪੌੜੀ ਦੇ ਉੱਤੇ ਉਹ ਢੁਕਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਕਥਾ ਕਹਾਣੀ ਬੇਦੀ ਆਣੀ, ਪਾਪ ਪੁੰਨ ਵਿਚਾਰ। ਵੇਦਾਂ ਦੀਆਂ ਕਥਾ ਕਹਾਣੀਆਂ ਪਾਪ ਅਤੇ ਪੁੰਨ ਦੀ ਵਿਚਾਰ ਕਰਦੀਆਂ ਨੇ। ਕਥਾ ਕਹਾਣੀ ਬੇਦੀ ਆਣੀ, ਪਾਪ ਪੁੰਨ ਵਿਚਾਰ, ਦੇ ਦੇ ਲੈਣਾ ਲੈ ਲੈ ਦੇਣਾ, ਨਰਕ ਸੁਰਗ ਅਵਤਾਰ। ਕਹਿੰਦੇ ਬਸ ਇੰਨੀ ਕੁ ਗੱਲ ਆ। ਕਹੀ ਜਾਂਦੇ ਜੇ ਆਹ ਦਾਨ ਕਰ ਲੇਗਾ ਤੇ ਆਹ ਪ੍ਰਾਪਤ ਹੋ ਜਾਏਗਾ, ਜੇ ਉਹ ਦਾਨ ਕਰ ਲੇਗਾ ਤੇ ਆਹ ਪ੍ਰਾਪਤ ਹੋ ਜਾਏਗਾ। ਬਸ ਇੰਨੀ ਕੁ ਗੱਲ ਕਰਦੇ, ਪਾਪ ਤੇ ਪੁੰਨ ਦੀ ਵਿਚਾਰ ਕਰਦੇ ਆ। ਦੇ ਦੇ ਲੈਣਾ ਲੈ ਲੈ ਦੇਣਾ, ਨਰਕ ਸੁਰਗ ਅਵਤਾਰ। ਕਹਿੰਦੇ ਇਸੇ ਪ੍ਰਕਾਰ ਮਨੁੱਖ ਉਹੀ ਕਰਦਾ ਰਹਿੰਦਾ, ਫਿਰ ਕਿਤੇ ਨਰਕ 'ਚ ਚਲਾ ਜਾਂਦਾ ਤੇ ਕਿਤੇ ਸਵਰਗ 'ਚ ਚਲਾ ਜਾਂਦਾ। ਤੇ ਸਾਧ ਸੰਗਤ ਇੱਕ ਟਾਈਮ ਪੀਰੀਅਡ ਹੈ, ਚਲੋ ਮੰਨ ਲਿਆ ਮਨੁੱਖ ਨੂੰ ਸਵਰਗ ਮਿਲ ਗਿਆ, ਤੇ ਪਰ ਕਿਤੇ ਨਾ ਕਿਤੇ ਤੇ ਉਹਨੂੰ ਦੁਬਾਰਾ ਫੇਰ ਆਉਣਾ ਪਏਗਾ ਨਾ। ਚੱਕਰ ਤੇ ਨਹੀਂ ਨਾ ਖਤਮ ਹੋਣਾ। ਚੱਕਰ ਖਤਮ ਹੋਣਾ ਹੈ ਜਦੋਂ ਨਾਮ ਬੰਦਗੀ ਦੇ ਨਾਲ ਜੁੜਾਂਗੇ, ਜਦੋਂ ਗੁਰੂ ਦੇ ਕੋਲ ਬੈਠਾਂਗੇ, ਫਿਰ ਚੱਕਰ ਖਤਮ ਹੋਣਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ, ਭਾਈ ਇਹ ਕੀ ਕਰਦੇ ਆ? ਦੇ ਦੇ ਲੈਣਾ ਲੈ ਲੈ ਦੇਣਾ, ਨਰਕ ਸੁਰਗ ਅਵਤਾਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਇਸੇ ਪ੍ਰਕਾਰ ਚੱਲੀ ਜਾਂਦਾ। ਕਹਿੰਦੇ ਲਈ ਜਾਓ ਦਈ ਜਾਏ। ਇਹਦੇ ਨਾਲ ਹੋਇਆ ਕੀ ਕਿ ਉੱਤਮ ਮੱਧਮ ਜਾਤੀ ਜਿਨਸੀ ਭਰਮ ਪਵੈ ਸੰਸਾਰ। ਹੋਇਆ ਕਿ ਸੰਸਾਰ ਦੇ ਵਿੱਚ ਜਾਤਾਂ ਬਣ ਗਈਆਂ, ਉੱਚੀ ਨੀਵੀਂ ਮੱਧਮ, ਇਸੇ ਪ੍ਰਕਾਰ ਦੀਆਂ ਜਾਤਾਂ ਬਣ ਗਈਆਂ। ਹੁਣ ਜੇ ਆਪਾਂ ਮਨੁ ਸਿਮਰਤੀ ਨੂੰ ਪੜ੍ਹੀਏ, ਜਿਹੜੀ ਬੜੀ ਵੱਡੇ ਤੌਰ 'ਤੇ ਗੱਲ ਕੀਤੀ ਜਾਂਦੀ, ਹੁਣ ਉਹਦੇ ਵਿੱਚ ਹੈ ਕਿ ਇਹੀ ਕੁਛ ਹੈ ਕਿ ਬ੍ਰਾਹਮਣ ਨਾਮ ਜਪ ਸਕਦਾ, ਵੈਸ਼ ਤੱਕ ਕੋਈ ਰੱਬ ਨੂੰ ਯਾਦ ਕਰ ਸਕਦਾ, ਪਰ ਸ਼ੂਦਰ ਨਹੀਂ ਕਰ ਸਕਦਾ। ਜੇ ਕਰੇਗਾ ਤਾਂ ਉਹਦੇ ਕੰਨ 'ਚ ਸਿੱਕਾ ਢਾਲ ਕੇ ਪਾ ਦਿਓ। ਇਹ ਤੱਤ ਦੀ ਵਿਚਾਰਨਾ ਨਾ ਹੋਈ, ਤੱਤ ਦੀ ਵਿਚਾਰ ਨਹੀਂ ਇਹ ਕਰਦੇ। ਇਹਦੇ ਨਾਲ ਸਤਿਗੁਰੂ ਕਹਿੰਦੇ ਕਿ ਸੰਸਾਰ ਜਿਹੜਾ ਉਹ ਵੰਡਿਆ ਜਾਂਦਾ ਹੈ ਜਦੋਂ ਇਹਨਾਂ ਸਿਮਰਤੀਆਂ, ਇਹਨਾਂ ਵੇਦਾਂ ਨੂੰ ਪੜ੍ਹਿਆ ਜਾਂਦਾ ਹੈ। ਤੱਤ ਦੀ ਵਿਚਾਰ ਨਹੀਂ ਕਰਦੇ। ਫਿਰ ਸਤਿਗੁਰੂ ਤੱਤ ਦੀ ਵਿਚਾਰ ਕੌਣਾ ਕਰਦਾ ਹੈ? ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਅੰਮ੍ਰਿਤ ਬਾਣੀ, ਸਤਿਗੁਰੂ ਕਹਿੰਦੇ ਤੱਤ ਵਖਾਣੀ। ਧੰਨ ਗੁਰੂ ਅੰਗਦ ਦੇਵ ਪਾਤਸ਼ਾਹ, ਅੰਮ੍ਰਿਤ ਬਾਣੀ ਤੱਤ ਵਖਾਣੀ, ਗਿਆਨ ਧਿਆਨ ਵਿੱਚ ਆਈ, ਗੁਰਮੁਖ ਜਾਤੀ ਗੁਰਮੁਖ ਆਖੀ, ਗੁਰਮੁਖ ਜਾਤੀ ਸੁਰਤੀ ਕਰਮ ਤੇ ਆਈ। ਕਹਿੰਦੇ ਗੁਰਮੁਖ ਨੇ ਜਾਣੀ, ਗੁਰੂ ਦੇ ਮੁਖ ਤੋਂ ਇਹ ਨਿਕਲੀ ਹੈ ਬਾਣੀ, ਤੇ ਗੁਰੂ ਨੇ ਸਮਝ ਲਈ ਤੇ ਸੁਰਤ ਦੇ ਵਿੱਚ ਆ ਗਈ, ਉਹਦੀ ਬਖਸ਼ਿਸ਼ ਦੇ ਨਾਲ, ਉਹਦੇ ਕਰਮ ਦੇ ਨਾਲ। ਤੱਤ ਦੀ ਵਿਚਾਰ ਗੁਰਮਤਿ ਸਾਨੂੰ ਦੱਸਦੀ ਹੈ, ਤੱਤ ਦੀ ਵਿਚਾਰ ਗੁਰਬਾਣੀ ਦੱਸਦੀ ਹੈ। ਅੰਮ੍ਰਿਤ ਬਾਣੀ ਤੱਤ ਵਖਾਣੀ, ਤੱਤ ਦੀ ਵਿਚਾਰ ਸਾਨੂੰ ਬਾਣੀ ਦੱਸਦੀ। ਬਾਕੀ ਸੰਸਾਰ ਤੇ ਜੋ ਵੀ ਹੈ ਉਹ ਧਾਰਮਿਕ ਗ੍ਰੰਥ ਠੀਕ ਹੈ, ਰੱਬ ਦੇ ਬਾਰੇ ਵੀ ਕਹਿੰਦੇ ਹਨ ਬੜਾ ਕੁਝ, ਪਰ ਸਾਧ ਸੰਗਤ ਸਿਰਫ ਕਹਿਣ ਦੇ ਨਾਲ ਨਹੀਂ, ਉਹਦੇ ਨਾਲ ਜੁੜਨ ਦੇ ਨਾਲ ਵੀ ਕੁਝ ਪ੍ਰਾਪਤ ਹੁੰਦਾ, ਫੇਰ ਹੀ ਗੱਲ ਬਣਨੀ। ਜਿੰਨਾ ਚਿਰ ਉਸ ਵਾਹਿਗੁਰੂ ਦੇ ਨਾਲ ਸਾਂਝ ਨਹੀਂ ਪੈਂਦੀ ਜੀਵਨ ਦੀ, ਉਹਨਾਂ ਚਿਰ ਜੀਵਨ ਨਹੀਂ ਬਦਲਣਾ, ਉਹਨਾਂ ਚਿਰ ਤੱਤ ਦੇ ਨਾਲ ਜੀਵਨ ਬਦਲਣਾ ਹੈ। ਤੇ ਕਦੀ ਗੱਲਾਂ ਦੇ ਨਾਲ, ਵਾਧੂ ਦੀਆਂ ਗੱਲਾਂ ਦੇ ਨਾਲ ਜੀਵਨ ਨਹੀਂ ਬਦਲਿਆ ਜਾਂਦਾ ਹੁੰਦਾ। ਸੁਆਣੀਆਂ ਜਦੋਂ ਦੁੱਧ ਉਬਾਲ ਕੇ ਸਾਰਾ ਕੁਝ ਕਰਕੇ ਮੱਖਣ ਕੱਢ ਲੈਂਦੀਆਂ, ਉਹ ਲੱਸੀ ਨੂੰ ਰੱਖ ਦਿੰਦੀਆਂ, ਲੱਸੀ ਦੀ ਇੰਨੀ ਕੇਅਰ ਨਹੀਂ ਕਰਦੀਆਂ, ਲੱਸੀ ਦਾ ਜ਼ਿਆਦਾ ਧਿਆਨ ਨਹੀਂ ਰੱਖਦੀਆਂ। ਉਹ ਕਹਿੰਦੀਆਂ ਪੀ ਲਓ, ਜੇ ਦੁਪਹਿਰ ਤੱਕ ਖਤਮ ਹੋ ਜਾਏਗੀ, ਬਾਅਦ 'ਚ ਖੱਟੀ ਹੋ ਜਾਣੀ ਹੈ। ਠੀਕ ਹੈ, ਉਹਦੇ ਨਾਲ ਸਿਰ ਨਹਾਤਾ ਜਾ ਸਕਦਾ, ਬਾਅਦ 'ਚ ਪੀਤੀ ਨਹੀਂ ਜਾ ਸਕਦੀ। ਪਰ ਮੱਖਣ ਦੀ ਉਹਨਾਂ ਨੂੰ ਪਤਾ ਹੁੰਦਾ ਵੀ ਇਹਦੇ ਵਿੱਚੋਂ ਹੁਣ ਘਿਓ ਨਿਕਲਣਾ, ਉਹ ਤੱਤ ਸਾਂਭ ਕੇ ਰੱਖ ਲੈਂਦੀ ਹੈ। ਇਸੇ ਪ੍ਰਕਾਰ ਗੁਰਮੁਖ ਜਿਹੜੇ ਹੁੰਦੇ ਆ ਉਹ ਤੱਤ ਦੀ ਵਿਚਾਰ ਕਰਦੇ ਆ। ਇਹ ਪਾਪ ਪੁੰਨ ਦੀਆਂ ਜਿਹੜੀਆਂ ਵਿਚਾਰਾਂ ਹਨ, ਲੱਸੀ ਮਾਤਰ ਹਨ, ਇਹਨਾਂ ਦੀ ਕੋਈ ਵਿਚਾਰ ਨਹੀਂ ਹੁੰਦੀ, ਇਹਨਾਂ ਨੂੰ ਕੋਈ ਨਹੀਂ ਸਾਂਭਦਾ। ਹਾਂ, ਇਹਦੇ ਨਾਲ ਮਨੁੱਖ ਭਰਮ ਤੇ ਭੁੱਲ ਜਾਂਦਾ ਹੈ, ਪਰ ਉਸ ਵਾਹਿਗੁਰੂ ਦੇ ਨਾਲ ਨਹੀਂ ਜੁੜਦਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤ ਕਰ ਰਹੇ, ਮਹਾਰਾਜ ਕਹਿੰਦੇ ਸਿਮਰਤੀਆਂ ਸ਼ਾਸਤਰ ਇਹ ਪੁੰਨ ਪਾਪ ਦੀ ਵਿਚਾਰ ਕਰਦੇ ਆ। ਜਿੰਨੇ ਵੀ ਧਾਰਮਿਕ ਗ੍ਰੰਥ ਹਨ,
सतगुਰਾਂ ने उन्हों का जिक्र भी किया। सतगुਰਾਂ ने इत्थों तक कह दिता, जैनियां के मत के बारे महाराज ने माझ राग के अंदर बड़ा किया। सतगुर कहते फूल वधीहत मुख लैन पढ़ासा पानी दे एक सगाही। इहो जे बंदे हो गए सवाल मल लई पिंडे ते अपने वाल पुटदे ते ऐसे कर्म करते कहते सानू दोबारा पाप ही ना लगे, साडे पैर थले किते कीड़ी आके ना मर जाए तो अपने पिछे झाड़ू बन के चलदे, अगले पासे झाड़ू फेर फेर के चलदे। सतगुर कहते इवें जीवन नहीं भाई बदलना, पाप पुण्य की विचार के नाल जीवन नहीं बदलना, तत्त लै लै उहदे विचों। जे तत्त अपने जीवन च धारण कर लेगा जीवन बदल जाएगा। पहलों ये सोच के मैं की हाँ, मेरा मनोरथ की है। दूसरी गल ये सोच के संसार की नाल निभण वाला है कि नहीं है। फिर तीसरी विचार ये कर कि जिस वखर को लैन तू आया राम नाम संतन कर पाया, तज अभिमान लिहो मन मोल राम नाम हृदय में तोल। ये गल याद रख कि जे काम करते तू आया है संसार के उत्ते, भाई परापत मानुख दे होरिया गोबिंद मिलन की ये तेरी बरिया। ये वारी है तेनों मिली हुई है संसार दे विच आया। ये समझ इस गल नूं, ये तत्त है। इस तत्त नूं अपने जीवन च धारण कर ला। पर महाराज ये जिहड़ी तत्त दी विचार जे ये नहीं करते फिर तत्त सानूं दसदा कौन है। महाराज कहंदे तत्तै सार ना जानी गुरु बाजों, तत्तै सार ना जानी। महाराज कहंदे भाई ये तत्त दी विचार गुरु तो बाजों होर कोई नहीं दसनी, किसी ने नहीं दसनी गुरु तो बिना। गुरु तो इलावा कोई भी तेनों तत्त दी विचार नहीं दस सकता। महाराज ने 2 वारी कहा तत्तै सार ना जानी गुरु बाजों, तत्तै सार ना जानी। भाई ये गल मेरी याद रख, चंगी तरह अपने हिरदे च धारण कर ला कि तत्त दी विचार तेनों गुरु तो बिना किसी ने नहीं देनी, किसी ने नहीं तेनों तत्त दी विचार देनी। हाँ जे तू किसी पंडित कोल चले जावेगा, जे किसी कर्मकांडी कोल चले जावेगा, तेरे हाथ च नारियल फड़ा देगा, ये भी कह देगा कि इनू नहर च सुटदी नदी च सुटदी पिछा भौंके ना वेखी, पर उन्हें भी नहीं कहना कि तेरे जीवन च चिंता कातों आई है, तेनों खत्म किवें करना है, वो नहीं दस सकता। ठीक है मनुख नारियल रहेगा नदी च सुट देगा चले जाएगा, फिर एक चिंता खत्म हो जाएगी दूजी फिर सिर ते खड़ी होंदी है। तो मुक्त साध संगत आपां इन्हां गल्लां तो होना। एक गल होर है अपने विच भी बड़े वड्डे पद्धर ते आ, कई गुरमुख प्यारे की करते हो दुख भंजनी साहब का पाठ कर लग पेंदे। चलो बाणी पढ़नी माड़ी गल नहीं है, पर साध संगत गुरबाणी सानू रब बनाना चाहती है, पर असी छोटे छोटे दुख अपनी गुरबाणी द्वारा कट्टन की कोशिश करते हैं। आ भी खत्म हो जाए, आ भी हो जाए, मेरा आ भी हो जाए, बाणी द्वारा कट्टन की कोशिश करते। पर बाणी सानू कहती आ तैनूं मैं रब बनावां, ते रब बनाने वाला आपां जांदे नहीं। उसे दुख भंजनी नूं सवेर तो शामां तक 5-7 वारी बंदा पढ़ता है कि मेरा आ चिंता दूर हो जाए, मेरी आ चिंता दूर हो जाए। बाणी ने चिंता दूर करनी है, पर जे बाणी नूं विचार के समझ के पढ़ांगे तो बाणी रब बना देंदी है। ये जरूरी है, जीवन का तत्त है। महाराज कहते तत्त दी विचार तेनों गुरु तो बिना नहीं दसनी किसी ने। संसार के जिन्ने भी लोग कर्म कांड दे विच तेनों फसा देणगे, कह देणगे पत्थर नूं पूजी जा, माला लिया एक प्रसाद दे अगे रख दे, मत्था टेक के चला जा, पर तत्त दी विचार तेनों गुरु तो बिना नहीं किसी ने दसनी, नहीं दसदे। हुण मूर्ति मूँह चों कह के बोल के थोड़ी दसेगी कि भाई तेरे जीवन दे विच तू मनोरथ की है, की करन वास्ते आया। बाणी दस सकदी है, कोई मूर्ति नहीं दस सकती। तो जिहड़ा पंडित बाहर बैठा है उन्होंने इन्ना पता है कि ये जो भी आया है इन्हें पैसे 4 खर्चे, मत्था टेकिया, चलो प्रसाद दिता, वो चला जाता। पर आपां गुरु घर दे विच जदों बैठते हैं, इत्थे आपां विचार भी सुनते हैं, कीर्तन भी सुनते हैं, ते नाल गुरु की बाणी भी पढ़ते हैं, ताकि सानू तत्त दी विचार समझ आ सके। सतगुर कहते गुरु तो बिना भाई तेन तत्त दी विचार किसी ने नहीं दसनी, जिथे मर्जी चला जा, जिहदे मर्जी अगे झुक जा जाके, गुरु तो बिना तू तत्त दी विचार नहीं कर सकता। फिर सतगुरु अगे बख्शिश करते हैं महाराज सतगुरु सच्चे पातशाह गुरु अमरदास जी, गुर किरपा वाहिगुरू तेहि गुणी संसार भ्रम सुत्ता, सुत्तियां रहण विहाणी। साध संगत 3 गुण माया दे हन, जो सनातन मत ने भी जां होरना मतां ने जां गुरबाणी के अंदर भी बड़े वड्डे पद्धर ते विचार आई है। 3 गुणां दी माया दे, रजो तमो ते सतो गुण, इहदी विचार आई है। हुण जदों मनुख तत्त दी विचार नहीं करेगा, जे जीवन के मनोरथ नूं समझेगा नहीं,
ਤੇ ਫਿਰ ਸਾਧ ਸੰਗਤ ਉਹ ਤਿੰਨ ਗੱਲਾਂ ਜਿਹੜੀਆਂ ਹਨ ਨਾ, ਇਹ ਰਜੋ ਤਮੋ ਤੇ ਸਤੋ, ਇਹਦੇ ਵਿੱਚ ਹੀ ਫਸਿਆ ਰਹਿੰਦਾ ਮਨੁੱਖ। ਆਪਾਂ ਇਹਦੇ ਬਾਰੇ ਥੋੜ੍ਹਾ ਜਿਹਾ ਜਾਣ ਲਈਏ। ਰਜੋ ਤਮੋ ਤੇ ਸਤੋ ਗੁਣ। ਸਭ ਤੋਂ ਪਹਿਲਾਂ ਤਮੋ ਗੁਣ ਆਉਂਦਾ। ਤਮੋ ਗੁਣ, ਤਮ ਦਾ ਅਰਥ ਹੁੰਦਾ ਹਨੇਰਾ। ਹਨੇਰੇ 'ਚ ਟੱਕਰਾਂ ਮਾਰੀ ਜਾਣੀਆਂ, ਸਮਝ ਨਹੀਂ ਹੋਣੀ ਜੀਵਨ ਦੀ, ਬਸ ਖਾ ਲਿਆ, ਪੀ ਲਿਆ, ਸੌਂ ਲਿਆ, ਹੰਢਾ ਲਿਆ, ਪਸ਼ੂਆਂ ਵਾਂਗੂ ਜੀਵਨ ਜਿਹਨੂੰ ਕਹਿੰਦੇ ਬਤੀਤ ਕੀਤਾ। ਹਨੇਰੇ 'ਚ ਟੱਕਰਾਂ ਮਾਰ ਲਈਆਂ, ਕੋਈ ਸਮਝ ਨਹੀਂ ਕਿ ਕਰਨਾ ਕੀ ਹੈ, ਮਨੋਰਥ ਕੀ ਹੈ, ਮਾੜੀ ਮੋਟੀ ਵੀ ਸਮਝ ਨਹੀਂ, ਉਹਨੂੰ ਤਮੋ ਗੁਣ ਕਿਹਾ ਜਾਂਦਾ ਹੈ। ਤਮ ਦਾ ਅਰਥ ਹਨੇਰਾ, ਹਨੇਰੇ 'ਚ ਹੀ ਮਨੁੱਖ ਜੀਵਨ ਬਤੀਤ ਕਰਕੇ ਚਲਾ ਜਾਂਦਾ। ਤੇ ਅਗਲਾ ਗੁਣ ਹੈ ਰਜੋ ਗੁਣ। ਰਜੋ ਗੁਣ ਸਾਧ ਸੰਗਤ ਹੁੰਦਾ ਕਿ ਜੇ ਥੋੜ੍ਹੀ ਜਿਹੀ ਵਿਚਾਰ ਆ ਗਈ ਨਾ ਮਨ 'ਚ ਕਿ ਮਨੋਰਥ ਕੀ ਹੈ, ਫਿਰ ਮਨੁੱਖ ਆਪਣੇ ਆਪ ਨੂੰ ਹੰਕਾਰ ਦੇ ਵਿੱਚ ਆ ਕੇ ਕਹਿੰਦਾ ਕਿ ਮੇਰਾ ਸਾਰੇ ਜਾਣੇ ਹੁਕਮ ਮੰਨਣ, ਮੇਰੇ ਕੋਲ ਬੜਾ ਗਿਆਨ ਹੈ। ਗਿਆਨ ਦਾ ਹੰਕਾਰ ਆ ਜਾਂਦਾ, ਧਨ ਦਾ ਹੰਕਾਰ ਆ ਜਾਂਦਾ, ਇਹਨੂੰ ਰਜੋ ਗੁਣ ਕਿਹਾ ਜਾਂਦਾ। ਜਿਵੇਂ ਥੋੜ੍ਹਾ ਜਿਹਾ ਜੇ ਕਿਤੇ ਸਮਝ ਲੱਗ ਜਾਂਦੀ ਕਿ ਗੁਰਦੁਆਰੇ ਆਉਣਾ ਜਾਣਾ ਜ਼ਰੂਰੀ ਹੈ, ਮੱਥਾ ਟੇਕਣਾ ਜ਼ਰੂਰੀ ਹੈ, ਫਿਰ ਉੱਥੇ ਆ ਕੇ ਕਈ ਵਾਰੀ ਕੋਈ ਗਲਤੀਆਂ ਵੀ ਕੱਢਣੀਆਂ ਸ਼ੁਰੂ ਕਰ ਦੇਣੀਆਂ ਕਿ ਤੂੰ ਆਉ ਨਹੀਂ ਕਰਦਾ ਅਤੇ ਤੂੰ ਆਉ ਨਹੀਂ ਕਰਦਾ, ਮੈਂ ਸੰਗਤ 'ਚ ਬੈਠਦਾ, ਮੈਂ ਸੇਵਾ ਕਰਦਾ, ਹੰਕਾਰ ਆ ਜਾਂਦਾ, ਇਹਨੂੰ ਰਜੋ ਗੁਣ ਕਿਹਾ ਜਾਂਦਾ। ਫਿਰ ਰਜੋ ਗੁਣ ਹਾਵੀ ਹੋ ਜਾਂਦਾ ਮਨੁੱਖ 'ਤੇ ਮਾਇਆ ਦਾ। ਫਿਰ ਸਾਧ ਸੰਗਤ ਇਸ ਤੋਂ ਅਗਲਾ ਗੁਣ ਜਿਹੜਾ ਹੈ ਉਹ ਸਤੋ ਗੁਣ ਹੈ। ਸਤੋ ਗੁਣ ਕੀ ਹੈ? ਮਨੁੱਖ ਪੁੰਨ ਵੀ ਕਰਦਾ ਹੈ, ਦਾਨ ਪੁੰਨ ਵੀ ਕਰਦਾ, ਗੁਰੂ ਘਰ ਵੀ ਆਉਂਦਾ ਹੈ, ਬੈਠਦਾ ਵੀ ਹੈ, ਕਥਾ ਵੀ ਸੁਣਦਾ ਹੈ, ਕੀਰਤਨ ਵੀ ਸੁਣਦਾ, ਸਾਰਾ ਕੁਝ ਕਰਦਾ, ਪਰ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਨਹੀਂ ਕਰਦਾ। ਇਹਨੂੰ ਸਤੋ ਗੁਣ ਕਿਹਾ ਜਾਂਦਾ ਹੈ। ਵਿਚਾਰ ਵੀ ਕਰਨੀ ਹੈ ਬਾਣੀ ਦੀ, ਸਮਝਣਾ ਵੀ ਹੈ, ਸੁਣਨਾ ਵੀ ਹੈ, ਗੁਰੂ ਕੋਲ ਬੈਠਣਾ ਵੀ ਹੈ, ਤੇ ਪਰ ਆਪਣੇ ਆਪੇ ਦੀ ਬਦਲਣਾ ਨਹੀਂ ਆਪਣੇ ਆਪ ਨੂੰ, ਆਪਣੇ ਵਿੱਚੋਂ ਚੁਗਲੀ, ਨਿੰਦਾ, ਕਾਮ, ਕ੍ਰੋਧ, ਹੰਕਾਰ ਨੂੰ ਖਤਮ ਨਹੀਂ ਕਰਨਾ। ਇਹ ਸਤੋ ਗੁਣ ਦੇ ਵਿੱਚ ਮਨੁੱਖ ਵਿਚਰਦਾ ਹੁੰਦਾ, ਤੇ ਇਹ ਸਾਧ ਸੰਗਤ ਆਪਣੇ ਮਨ 'ਚ ਧਾਰਨ ਕਰਨਾ ਚਾਹੀਦਾ। ਸਤਿਗੁਰ ਕਹਿੰਦੇ ਭਾਈ ਇਹ ਤਿੰਨ ਗੁਣ ਮਾਇਆ ਦੇ ਹਨ। ਤੇਹੀ ਗੁਣੀ ਸੰਸਾਰ ਭ੍ਰਮ ਸੁੱਤਾ। ਸੁੱਤਾ ਪਿਆ ਹੈ ਸੰਸਾਰ ਇਹਨਾਂ ਤਿੰਨ ਗੁਣਾਂ ਦੇ ਵਿੱਚ। ਸੁੱਤਿਆਂ ਰੈਣ ਵਿਹਾਣੀ। ਸੁੱਤਿਆਂ ਸੁੱਤਿਆਂ ਹੀ ਇਹ ਰੈਣ ਜਿਹੜੀ ਹੈ ਵਿਹਾਣੀ ਲੰਘੀ ਜਾ ਰਹੀ ਹੈ, ਇਸੇ ਪ੍ਰਕਾਰ ਲੰਘੀ ਜਾ ਰਹੀ ਹੈ ਇਹ ਸਾਰੀ ਦੀ ਸਾਰੀ ਰਾਤ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ, ਬੋਲਹਿ ਅੰਮ੍ਰਿਤ ਬਾਣੀ। ਹੁਣ ਸੰਸਾਰ ਇਸ ਜੀਵਨ ਦੇ ਵਿੱਚ ਸੁੱਤਾ ਪਿਆ ਹੈ, ਇਹ ਜੀਵਨ ਰੂਪੀ ਰਾਤ ਲੰਘਦੀ ਪਈ ਹੈ, ਪਰ ਜਾਗਦੇ ਕੌਣ ਹਨ? ਜਾਗਦੇ ਉਹ ਹਨ ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਦੇ ਉੱਤੇ ਗੁਰੂ ਨੇ ਕਿਰਪਾ ਕੀਤੀ ਉਹ ਮਨੁੱਖ ਜਾਗ ਪਏ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ, ਜਿਨ੍ਹਾਂ ਦੇ ਹਰੀ ਮਨ 'ਚ ਵਸ ਗਿਆ, ਬੋਲੇ ਅੰਮ੍ਰਿਤ ਬਾਣੀ। ਉਹ ਫਿਰ ਅੰਮ੍ਰਿਤ ਬਾਣੀ ਬੋਲਦੇ ਆ, ਅੰਮ੍ਰਿਤ ਬਾਣੀ ਬੋਲ ਕੇ ਜੀਵਨ ਦੇ ਵਿੱਚ ਜਾਗ ਪੈਂਦੇ ਆ। ਇੱਕ ਬੜੀ ਸੁੰਦਰ ਗਾਥਾ ਹੈ ਸਮਝਣ ਯੋਗ ਕਿ ਇੱਕ ਰਾਜਾ ਸੀ, ਬੜਾ ਉਹ ਵਿਕਾਰੀ ਰਾਜਾ ਸੀ, ਸ਼ਿਕਾਰ ਖੇਡਣ ਗਿਆ ਤੇ ਆਪਣੇ ਸੰਗ ਨਾਲੋਂ ਵਿਛੜ ਗਿਆ, ਜੰਗਲ 'ਚ ਚਲਾ ਗਿਆ ਕਾਫੀ ਗਾਂਹ ਕਿਤੇ। ਉੱਥੇ ਇੱਕ ਸਾਧੂ ਬੈਠਾ ਸੀ, ਸਾਧੂ ਕੋਲ ਗਿਆ ਤੇ ਨਮਸਕਾਰ ਕੀਤੀ। ਸਾਧੂ ਕਹਿੰਦਾ ਆਓ ਜੀ ਬੈਠੋ। ਬੈਠ ਗਿਆ, ਕਹਿੰਦਾ ਮਹਾਰਾਜ ਮੈਨੂੰ ਭੁੱਖ ਲੱਗੀ ਹੈ। ਸਾਧੂ ਕਹਿੰਦਾ ਚੱਲ ਠੀਕ ਹੈ ਤੈਨੂੰ ਦੁੱਧ ਛਕਾਉਂਦੇ ਆ। ਉਹ ਲਾਗੇ ਸ਼ੇਰਨੀ ਫਿਰਦੀ ਸੀ, ਹੁਣ ਜੰਗਲ 'ਚ ਸ਼ੇਰ ਆਦਿਕ ਫਿਰਦੇ ਹੁੰਦੇ ਆ। ਉਹਨੇ ਕੀ ਕੀਤਾ ਕਿ ਸ਼ੇਰਨੀ ਨੂੰ ਆਪਣੇ ਕੋਲ ਬੁਲਾਇਆ ਸਾਧੂ ਨੇ, ਉਹਨੂੰ ਦੁੱਧ ਦਾ ਚੋਇਆ ਤੇ ਰਾਜੇ ਨੂੰ ਪਿਆ ਦਿੱਤਾ, ਕੁਝ ਆਪ ਪੀ ਲਿਆ। ਪੀਣ ਤੋਂ ਬਾਅਦ ਰਾਜਾ ਚਲਾ ਗਿਆ ਆਪਣੇ ਮਹਿਲਾਂ 'ਚ ਵਾਪਸ, ਭੁੱਖ ਮਿਟ ਗਈ। ਜਾ ਕੇ ਹੁਣ ਸ਼ੇਰਨੀ ਦਾ ਦੁੱਧ ਤਾਕਤ ਜ਼ਿਆਦਾ ਸੀ, ਉਹਦੇ ਨਾਲ ਕੀ ਕੀਤਾ ਕਿ ਜਾ ਕੇ ਵਿਕਾਰ ਭੋਗੇ ਆਪਣੇ ਮਹਿਲਾਂ 'ਚ। ਫਿਰ ਅਗਲੇ ਦਿਨ ਉੱਠਿਆ ਤੇ ਮਨ 'ਚ ਵਿਚਾਰ ਆਈ ਵੀ ਮੈਂ ਰਾਤ ਸ਼ੇਰਨੀ ਦਾ ਦੁੱਧ ਪੀਤਾ, ਇੰਨਾ ਵਿਕਾਰੀ ਮੇਰਾ ਜੀਵਨ ਹੋ ਗਿਆ ਤੇ ਇੰਨੀਆਂ ਮੈਂ ਰੰਗ ਰਲੀਆਂ ਮਨਾਈਆਂ, ਪਰ ਕਹਿੰਦਾ ਉਹ ਸਾਧੂ ਦਾ ਕੀ ਬਣਿਆ ਹੋਏਗਾ ਜਿਹਨੇ ਮੇਰੇ ਨਾਲ ਬੈਠ ਕੇ ਦੁੱਧ ਪੀਤਾ, ਕਿ ਉਹਦੇ ਅੰਦਰ ਵੀ ਵਿਕਾਰ ਪੈਦਾ ਹੋਣਗੇ। ਉਹ ਫਿਰ ਘੋੜਾ ਫੜਿਆ ਤੇ ਚੱਲ ਪਿਆ, ਉਹਦੇ ਕੋਲ ਪਹੁੰਚਿਆ ਜਾ ਕੇ ਤੇ ਜਾ ਕੇ ਕਹਿੰਦਾ ਕਿ ਮੈਂ ਸਾਧੂ ਜੀ ਤੁਹਾਨੂੰ ਇੱਕ ਸਵਾਲ ਕਰਨਾ। ਕਹਿੰਦਾ ਦੱਸੋ ਕੀ ਕਰਨਾ? ਕਹਿੰਦਾ ਗੱਲ ਇੰਝ ਆ ਕਿ ਮੈਂ ਤੁਹਾਡੇ ਕੋਲ ਸ਼ੇਰਨੀ ਦਾ ਦੁੱਧ ਪੀ ਕੇ ਗਿਆ ਸੀ, ਮੈਂ ਬੜੇ ਵਿਕਾਰ ਭੋਗੇ ਤੇ ਤੁਹਾਡੇ ਅੰਦਰ ਕੋਈ ਵਿਕਾਰ ਨਹੀਂ ਆਇਆ। ਸਾਧੂ ਕਹਿੰਦਾ ਮੇਰੀ ਗੱਲ, ਮੈਂ ਤੈਨੂੰ ਇੱਕ ਗੱਲ ਦੱਸਣੀ ਭੁੱਲ ਗਿਆ ਸੀ, ਪਹਿਲਾਂ ਉਹ ਸੁਣ, ਇਹ ਗੱਲ ਆਪਾਂ ਬਾਅਦ 'ਚ ਕਰਾਂਗੇ। ਕਹਿੰਦਾ ਕੀ ਗੱਲ? ਮੈਂ ਤੈਨੂੰ ਦੱਸਣਾ ਭੁੱਲ ਗਿਆ ਸੀ ਕਿ ਤੂੰ 5 ਦਿਨਾਂ ਬਾਅਦ ਮਰ ਜਾਣਾ। ਉਹ ਵਿਚਾਰ ਉਹਨੂੰ ਸਾਰੀਆਂ ਗੱਲਾਂ ਭੁੱਲ ਗਈਆਂ ਜਦੋਂ ਉਹਨੇ ਸੁਣਿਆ ਕਿ ਹੁਣ ਉਹਨੂੰ ਪਤਾ ਸੀ ਕਿ ਜਿਹੜਾ ਇੰਨਾ ਕਰਾਮਾਤੀ ਹੈ, ਜਿਹਦੇ ਕੋਲ ਸ਼ੇਰਨੀ ਆ ਕੇ ਦੁੱਧ ਦੇਗੀ, ਉਹਨੂੰ ਪਤਾ ਹੋਊਗਾ ਕਿ ਹੁਣ 5 ਦਿਨਾਂ ਬਾਅਦ ਮਰ ਜਾਣਾ। ਵਿਚਾਰਾ ਬੜੀ ਸੋਚਾਂ 'ਚ ਪੈ ਗਿਆ। ਉਹ ਰਾਜੇ ਨੇ
ਆਪਣਾ ਫੜਿਆ ਘੋੜਾ ਤੇ ਮਹਿਲਾਂ 'ਚ ਆ ਗਿਆ, ਦਰਵਾਜ਼ਾ ਬੰਦ ਕੀਤਾ ਤੇ ਬੈਠ ਗਿਆ। ਤੇ ਜਦੋਂ ਤੁਰਨ ਲੱਗਾ ਸੀ ਤੇ ਸਾਧੂ ਨੇ ਕਿਹਾ ਚੱਲ ਥੋੜ੍ਹਾ ਦੁੱਧ ਤੇ ਪੀ ਜਾ। ਦੁੱਧ ਫੇਰ ਪੀ ਲਿਆ ਸੀ ਸ਼ੇਰਨੀ ਦਾ। ਗਿਆ ਘਰੇ ਬੈਠਾ, ਸੋਚੀ ਗਿਆ। 5 ਦਿਨ ਲੰਘ ਗਏ, ਪਤਾ 5ਵੇਂ ਦਿਨ ਮੌਤ ਆਉਣੀ ਹੈ। ਤੇ 5ਵੇਂ ਦਿਨ ਉਹ ਸਾਧੂ ਜਿਹੜਾ ਫਿਰ ਉਹਦੇ ਕੋਲ ਆ ਗਿਆ। ਸਾਧੂ ਰਾਜੇ ਦੇ ਮਹਿਲ 'ਚ ਗਿਆ, ਕਹਿੰਦਾ ਰਾਜੇ ਨੂੰ ਮਿਲਣਾ। ਕਹਿੰਦੇ ਰਾਜਾ ਤੇ ਪਰਸੋਂ ਦਾ ਬਾਹਰ ਹੀ ਨਹੀਂ ਨਿਕਲਿਆ, 4-5 ਦਿਨ ਹੋ ਗਏ ਆ, ਅੰਦਰੇ ਬੈਠਾ। ਤੇ ਕਹਿੰਦਾ ਉਹਨੂੰ ਰਾਜੇ ਨੂੰ ਕੱਢੋ। ਉਹਨੂੰ ਕਹਿੰਦਾ ਸਾਧੂ ਤੁਹਾਨੂੰ ਮਿਲਣ ਵਾਸਤੇ ਆਇਆ। ਉਹ ਜਦੋਂ ਰਾਜੇ ਨੂੰ ਕਿਹਾ, ਰਾਜਾ ਕਹਿੰਦਾ ਬੁਲਾਓ ਸਾਧੂ ਨੂੰ। ਸਾਧੂ ਗਿਆ, ਕਹਿੰਦਾ ਰਾਜਨ ਕੀ ਗੱਲ ਹੋ ਗਈ? ਕਹਿੰਦਾ ਜੀ ਤੁਸੀਂ ਕਿਹਾ ਸੀ ਕਿ ਤੈਨੂੰ ਮੌਤ ਆ ਜਾਣੀ, ਮੈਨੂੰ ਤੇ ਇਹੀ ਚਿੰਤਾ ਨਹੀਂ ਛੱਡਦੀ ਪਈ ਕਿ ਮੌਤ ਨੇ ਮੈਨੂੰ ਆ ਕੇ ਲੈ ਜਾਣਾ। ਤੇ ਕਹਿੰਦਾ ਰਾਜਨ ਪਰਸੋਂ ਤੂੰ ਉਸ ਦਿਨ ਮੇਰੇ ਕੋਲੋਂ ਆਇਆ, 5 ਦਿਨ ਹੋ ਗਏ ਆ, ਦੁੱਧ ਪੀ ਕੇ ਆਏ ਸੀ, ਫਿਰ ਕੋਈ ਵਿਕਾਰ ਹੋ ਗਿਆ? ਕਹਿੰਦਾ ਨਹੀਂ ਜੀ, ਮੈਨੂੰ ਤੇ ਇਹੀ ਚਿੰਤਾ ਲੱਗੀ ਰਹੀ ਕਿ ਮੈਂ 5 ਦਿਨਾਂ ਬਾਅਦ ਮਰ ਜਾਣਾ। ਕਹਿੰਦੇ ਤੂੰ ਮੈਨੂੰ ਸਵਾਲ ਕੀਤਾ ਸੀ ਕਿ ਤੁਸੀਂ ਕਿਉਂ ਨਹੀਂ ਵਿਕਾਰ ਭੋਗਦੇ, ਤੁਸੀਂ ਕਿਉਂ ਸ਼ੇਰਨੀ ਦਾ ਦੁੱਧ ਤੇ ਤੁਸੀਂ ਪੀਤਾ, ਤੁਸੀਂ ਕਿਉਂ ਨਹੀਂ ਵਿਕਾਰਾਂ ਦੇ ਵਿੱਚ ਖਚਿਤ ਹੋਏ? ਕਹਿੰਦਾ ਬਸ ਇਹੀ ਗੱਲ ਯਾਦ ਰੱਖਣ ਵਾਲੀ ਹੈ ਕਿ ਮੈਨੂੰ ਮੌਤ ਸਦਾ ਵਾਸਤੇ ਚੇਤੇ ਆ ਤੇ ਤੈਨੂੰ ਮੌਤ ਬਸ 5 ਦਿਨਾਂ ਵਾਸਤੇ ਚੇਤੇ ਆਈ, ਤੂੰ ਤਾਂ ਨਹੀਂ ਵਿਕਾਰ ਭੋਗੇ ਵੇ। ਇਸੇ ਪ੍ਰਕਾਰ ਜਿਹੜੇ ਗੁਰਮੁਖ ਜਨ ਹੁੰਦੇ ਉਹ ਜਾਗ ਜਾਂਦੇ ਆ, ਉਹਨਾਂ ਨੂੰ ਪਤਾ ਲੱਗ ਜਾਂਦਾ ਜੀਵਨ ਦਾ ਮਨੋਰਥ ਕੀ ਹੈ, ਜੀਵਨ ਦੇ ਵਿੱਚ ਮੈਂ ਕਰਨਾ ਕੀ ਹੈ। ਉਸ ਮਨੋਰਥ ਨੂੰ ਜਦੋਂ ਯਾਦ ਕਰਦੇ ਫਿਰ ਵਿਕਾਰ ਨੇੜੇ ਨਹੀਂ ਆਉਂਦੇ, ਫਿਰ ਤੱਤ ਦੀ ਵਿਚਾਰ ਸਮਝ ਜਾਂਦੇ ਆ ਕਿ ਮੇਰਾ ਸੰਸਾਰ 'ਤੇ ਆਇਆ ਹੋਇਆ ਕੀ ਹੈ, ਮੈਂ ਕਰਨਾ ਕੀ ਹੈ ਸੰਸਾਰ ਦੇ ਵਿੱਚ। ਅਤੇ ਗੁਰੂ ਸਾਧ ਸੰਗਤ ਇਹ ਗੱਲ ਸਮਝਾ ਦਿੰਦਾ ਹੈ। ਜਿਵੇਂ ਕਹਿੰਦੇ ਕਿ ਆਪਾਂ ਉਦਾਹਰਨ ਲੈ ਲਈਏ ਇੱਕ, ਕਿ ਕਿਸੇ ਦੀ ਗੱਡੀ ਕੋਈ ਖਰਾਬ ਹੋ ਜਾਵੇ, ਉਹ ਕਿਸੇ ਮਕੈਨਿਕ ਕੋਲ ਚਲ ਜਾਵੇ, ਆਖੇ ਕਿ ਆਵਾਜ਼ ਕਰਦੀ ਹੈ, ਉਹ ਮਕੈਨਿਕ ਆਖੇ ਵੀ ਰੁਪਈਆ 200 ਲੱਗਣਾ ਹੈ ਅਤੇ ਕੱਲ੍ਹ ਨੂੰ ਗੱਡੀ ਆ ਕੇ ਲੈ ਜੀ। ਅਤੇ ਉਹ ਅਗਲੇ ਦਿਨ ਗੱਡੀ ਲੈਣ ਜਾਵੇ ਅਤੇ ਆਖੇ ਲੈ ਫੜ ਤੇਰੀ ਗੱਡੀ ਠੀਕ ਹੋ ਗਈ, ਰੁਪਈਆ 200 ਦੇਵੇ ਅਤੇ ਬੰਦਾ ਗੱਡੀ ਵਾਪਸ ਲੈ ਆਵੇ। 15 ਕੁ ਦਿਨਾਂ ਬਾਅਦ ਫਿਰ ਉਹੀ ਆਵਾਜ਼ ਉਹਦੀ ਗੱਡੀ 'ਚ ਆਉਣ ਲੱਗ ਪਵੇ, ਉਹ ਫਿਰ ਉਸੇ ਮਕੈਨਿਕ ਕੋਲ ਜਾਵੇ ਅਤੇ ਮਕੈਨਿਕ ਆਖੇ ਕਿ ਲਿਆ ਹੁਣ 100 ਰੁਪਈਆ ਲੱਗਣਾ ਅਤੇ ਪਰ ਸ਼ਾਮਾਂ ਤੱਕ ਗੱਡੀ ਤੈਨੂੰ ਮਿਲ ਜਾਏਗੀ। ਉਹ ਫਿਰ ਸ਼ਾਮਾਂ ਨੂੰ ਗੱਡੀ ਲੈ ਆਵੇ, 100 ਰੁਪਈਆ ਦੇ ਆਵੇ। 15 ਦਿਨਾਂ ਬਾਅਦ ਫਿਰ ਆਵਾਜ਼ ਆਵੇ। ਫਿਰ ਉਸ ਤੋਂ ਬਾਅਦ ਉਹ ਜਿਹੜਾ ਜਿਹਦੀ ਗੱਡੀ ਹੈ ਉਹ ਆਖੇ ਵੀ ਇਹ ਮਕੈਨਿਕ ਜਿਹੜਾ ਇਹ ਤੇ 15 ਕੁ ਦਿਨਾਂ ਬਾਅਦ ਗੱਡੀ ਫਿਰ ਜਿਹੜੀ ਆਵਾਜ਼ ਕਰਨ ਲੱਗ ਪੈਂਦੀ, ਕਿਸੇ ਹੋਰ ਮਕੈਨਿਕ ਨੂੰ ਵਿਖਾ ਲੈਂਦੇ। ਉਹ ਕਿਸੇ ਹੋਰ ਮਕੈਨਿਕ ਕੋਲ ਜਾਵੇ, ਉਹਨੂੰ ਆਖੇ ਭਾਈ ਮੇਰੀ ਗੱਡੀ ਜਿਹੜੀ ਆਵਾਜ਼ ਕਰਦੀ, ਉਹ ਕਹਿੰਦਾ 10 ਮਿੰਟ ਰੁਕ ਤੇਰੀ ਗੱਡੀ ਠੀਕ ਕਰ ਦੇਣਾ ਅਤੇ 20 ਰੁਪਈਏ ਲੱਗਣਗੇ। ਕਹਿੰਦਾ ਕਮਾਲ ਹੋ ਗਈ, 200 ਰੁਪਈਆ ਇੱਕ ਵਾਰੀ ਦਿੱਤਾ, 100 ਇੱਕ ਵਾਰੀ ਦਿੱਤਾ, ਇਹ ਗੱਲ 20 'ਤੇ ਆ ਕੇ ਮੁੱਕ ਗਈ, ਨਾਲੇ ਟਾਈਮ ਵੀ ਥੋੜ੍ਹਾ। ਹੁਣ ਉਹਨੇ ਕੀ ਕੀਤਾ, ਜਿਹੜਾ ਮਕੈਨਿਕ ਸੀ ਉਹਨੇ ਗੱਡੀ ਦਾ ਕੱਸ ਦਿੱਤਾ ਜਿਹੜਾ ਨਟ ਢਿੱਲਾ ਸੀ, ਅਤੇ ਨਾਲ ਉਹਨੇ 10 ਰੁਪਈਏ ਹੋਰ ਲੈ ਲਏ। ਕਹਿੰਦਾ ਇੱਕ ਆ ਪਾਨਾ ਲੈ ਜਾ, 15 ਦਿਨਾਂ ਬਾਅਦ ਆ ਤੇਰੀ ਜਿਹੜੀ ਗੱਡੀ ਹੈ ਇਹਦਾ ਨਟ ਜਿਹੜਾ ਢਿੱਲਾ ਹੋ ਜਾਂਦਾ, ਇਹਨੂੰ ਕੱਸ ਲਿਆ ਕਰੀ ਅਤੇ ਤੇਰੀ ਗੱਡੀ ਆਵਾਜ਼ ਦੇ ਨੂੰ ਹਟ ਜਾਏਗੀ। ਇਸੇ ਪ੍ਰਕਾਰ ਸਮਝਣ ਦੀ ਗੱਲ ਹੈ ਕਿ ਗੁਰੂ ਸਾਨੂੰ ਸਾਰਾ ਕੁਝ ਦੇ ਦਿੰਦਾ। ਗੁਰੂ ਕਹਿੰਦਾ ਬਾਣੀ ਪੜ੍ਹ ਲਾ ਤੇਰੀ ਚਿੰਤਾ ਖਤਮ ਹੋ ਜਾਵੇਗੀ। ਅਤੇ ਜਿਹੜੇ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰਦੇ, ਜਦੋਂ ਉਹਨਾਂ ਦੇ ਕੋਲ ਜਾਂਦੇ ਆ ਉਹ ਕੀ ਕਰਦੇ ਆ ਕਿ ਸਾਨੂੰ ਕੁਝ ਸਮੇਂ ਲਈ ਸਾਡੀ ਚਿੰਤਾ ਖਤਮ ਹੋ ਜਾਂਦੀ ਆ, ਪਰ ਫਿਰ ਉਹੀ ਚਿੰਤਾ ਦੁਬਾਰਾ ਸਾਡੇ ਸਿਰ 'ਤੇ ਖਲੋਤੀ ਜਾਂਦੀ, ਫਿਰ ਚਿੰਤਾ ਖਲੋ ਜਾਂਦੀ ਆ ਕੇ। 15 ਦਿਨਾਂ ਬਾਅਦ 20 ਦਿਨਾਂ ਬਾਅਦ ਫਿਰ ਉਸ ਬਾਬੇ ਕੋਲ ਜਾਂਦੇ ਆ, ਫਿਰ ਉਸ ਜਿਹੜੇ ਤੱਤ ਦੀ ਵਿਚਾਰ ਜਿਹਨੇ ਨਹੀਂ ਕੀਤੀ, ਫਿਰ ਉਹਨੇ ਨੇ ਸਾਨੂੰ ਉਹਨੂੰ ਦੱਸ ਦੇਣਾ ਵੀ ਲੈ ਆਹ ਨਾਰੀਅਲ ਲੈ ਲਾ, ਫਲਾਣੇ ਸਮੁੰਦਰ 'ਚ ਸੁੱਟਦੀ, ਫਲਾਣੀ ਨਹਿਰ 'ਚ ਸੁੱਟਦੀ, ਤੇਰੀ ਚਿੰਤਾ ਖਤਮ ਹੋ ਜਾਏਗੀ। 15 ਦਿਨਾਂ ਬਾਅਦ ਦੂਸਰੀ ਚਿੰਤਾ ਫਿਰ ਸਿਰ 'ਤੇ ਖੜੀ ਹੁੰਦੀ ਹੈ। ਪਰ ਧੰਨ ਗੁਰੂ ਨਾਨਕ ਸਾਹਿਬ ਦੀ ਬਾਣੀ, ਗੁਰੂ ਸਾਹਿਬ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦੇ ਦਿੱਤਾ। ਮਹਾਰਾਜ ਕਹਿੰਦੇ ਅੰਮ੍ਰਿਤ ਬਾਣੀ ਲੈ ਲਾ ਗੁਰਸਿੱਖਾਂ ਮੇਰੇ ਕੋਲੋਂ, ਨਾਮ ਬਾਣੀ ਲੈ ਲਾ, ਇੰਝ ਕਰੀ ਇਹਦੇ ਨਾਲ ਤੇਰੀ ਚਿੰਤਾ ਕਦੀ ਤੇਰੇ ਕੋਲ ਨਹੀਂ ਆਏਗੀ। ਜਦੋਂ ਤੇਰੇ ਜੀਵਨ 'ਚ ਕਿਤੇ ਘਾਟ ਆਵੇ, ਤੈਨੂੰ ਕੋਈ ਵਿਕਾਰ ਤੰਗ ਕਰ ਲੱਗੇ, ਜਦੋਂ ਤੇਰੇ ਅੰਦਰ ਕੋਈ ਮੈਲ ਭਰ ਲੱਗੇ, ਤੂੰ ਉਸੇ ਵੇਲੇ ਬਾਣੀ ਪੜ੍ਹ ਲਿਆ ਕਰੀ। ਅੰਮ੍ਰਿਤ ਬਾਣੀ ਦੇ ਦਿੱਤੀ ਮਹਾਰਾਜ ਨੇ। ਸਤਿਗੁਰ ਕਹਿੰਦੇ ਬੋਲੇ ਅੰਮ੍ਰਿਤ ਬਾਣੀ। ਮਹਾਰਾਜ ਕਹਿੰਦੇ ਤੈਨੂੰ ਅੰਮ੍ਰਿਤ ਬਾਣੀ ਦੇ ਦਿੱਤੀ ਗੁਰਸਿੱਖਾ, ਜੇ ਤੇਰੇ ਮਨ 'ਚ ਕੋਈ ਐਸੀ ਮੈਲ ਆਉਣ ਲੱਗ ਪਵੇ ਤੇ ਤੂੰ ਇਸ ਬਾਣੀ ਨੂੰ ਪੜ੍ਹ ਲਈ ਤੇ ਤੇਰੀ ਮੈਲ ਖਤਮ ਹੋ ਜਾਏਗੀ। ਦੇ ਦਿੱਤਾ ਨਾ ਨਾਲ ਹੀ ਸਾਰਾ ਕੁਝ। 15 ਦਿਨਾਂ ਬਾਅਦ ਜਾਣ ਦੀ ਲੋੜ ਨਹੀਂ। ਮਹਾਰਾਜ ਨੇ ਸਾਨੂੰ ਇਹ ਬਾਣੀ ਸਦਾ ਵਾਸਤੇ ਦੇ ਦਿੱਤੀ। ਭਾਈ ਜੀਵਨ 'ਚੋਂ ਆਪਣੇ ਕੱਢ ਦੇ ਸਾਰੇ ਵਿਕਾਰ ਜਿਹੜੇ ਵੀ ਹਨ, ਪੜ੍ਹੀ ਜਾ ਜਿੰਨਾ ਤੇਰਾ ਮਨ ਕਰਦਾ। ਵਿਹਲਾ ਹੈ ਦੁਕਾਨ 'ਤੇ ਬੈਠਾ ਤਾਂ ਪੜ੍ਹ ਲਾ, ਵਿਹਲਾ ਹੈ ਜੇ ਘਰ ਪਰਿਵਾਰ 'ਚ ਬੈਠਾ ਤਾਂ ਪੜ੍ਹ ਲਾ। ਅੰਮ੍ਰਿਤ ਵੇਲਾ ਸਾਂਭ, ਸ਼ਾਮ ਦੇ ਵੇਲੇ ਬਾਣੀ ਪੜ੍ਹਿਆ ਕਰ, ਜੀਵਨ ਬਦਲ ਜਾਏਗਾ। ਕਿੰਨਾ ਸੌਖਾ ਰਸਤਾ ਹੈ। ਸਤਿਗੁਰੂ ਕਹਿੰਦੇ ਭਾਈ ਗੁਰੂ ਤੋਂ ਬਿਨਾਂ ਤੱਤ ਦੀ ਵਿਚਾਰ ਨਹੀਂ ਹੈ, ਅਤੇ ਗੁਰੂ ਦੀ ਕਿਰਪਾ ਤੋਂ ਬਿਨਾਂ ਮਨੁੱਖ ਸੁੱਤੇ ਹੋਏ ਆ ਵਿਕਾਰਾਂ ਦੇ ਵਿੱਚ, ਵਿਕਾਰਾਂ 'ਚ ਸੁੱਤੇ ਹੋਏ ਆ, ਮਾਇਆ ਦੇ ਗੁਣਾਂ 'ਚ ਸੁੱਤੇ ਹੋਏ ਆ। ਮਹਾਰਾਜ ਕਹਿੰਦੇ ਜਾਗਦੇ ਉਹ ਹਨ ਜਿਨ੍ਹਾਂ ਉੱਤੇ ਗੁਰੂ ਰਹਿਮਤ ਕਰਦਾ ਹੈ, ਬਖਸ਼ਿਸ਼ ਕਰਦਾ ਹੈ। ਉਹਨਾਂ ਦੇ ਹਿਰਦੇ 'ਚ ਹਰੀ ਦਾ ਨਾਮ ਵਸਦਾ ਹੈ
ਤੇ ਅੰਮ੍ਰਿਤ ਬਾਣੀ ਬੋਲਦੇ ਆ, ਪੜ੍ਹਦੇ ਆ, ਬੰਦਗੀ ਕਰਦੇ ਆ। ਕਹੈ ਨਾਨਕ ਸੋ ਤਤ ਪਾਏ, ਜਿਸਨੂੰ ਅਨ ਦਿਨ ਹਰ ਲਿਵ ਲਾਗੈ, ਜਾਗਤ ਰਹਿਣ ਵਿਹਾਣੀ। ਸਤਿਗੁਰਾਂ ਨੇ ਫਿਰ ਅਖੀਰ ਤੇ ਹੀ ਕਿਹਾ, ਮਹਾਰਾਜ ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਭਾਈ ਗੁਰਸਿੱਖਾ ਤੈਨੂੰ ਮੈਂ ਫਿਰ ਗੱਲ ਸਮਝਾ ਦੇਵਾਂ ਕਿ ਤਤ ਉਹ ਮਨੁੱਖ ਪਾਉਂਦਾ ਹੈ, ਸੋ ਤਤ ਪਾਏ ਜਿਸ ਨੂੰ ਅਣ ਦਿਨ ਹਰ ਲਿਵ ਲਾਗੇ। ਉਹ ਮਨੁੱਖ ਜਿਹੜੇ ਅਣ ਦਿਨ ਰਾਤ ਹਰੀ 'ਚ ਜੁੜੇ ਰਹਿੰਦੇ ਆ, ਗੁਰੂ ਦੇ ਕੋਲੋਂ ਵਿਚਾਰ ਲੈ ਕੇ, ਅਣ ਦਿਨ ਹਰ ਲਿਵ ਲਾਗੈ, ਜਾਗਤ ਰਹਿਣ ਵਿਹਾਣੀ। ਉਹ ਜਾਗ ਜਾਂਦੇ ਹਨ ਜੀਵਨ ਦੇ ਵਿੱਚ। ਉਹਨਾਂ ਨੂੰ ਪਤਾ ਹੈ ਕਿ ਹੁਣ ਇਹ ਜੀਵਨ ਦਾ ਵੇਲਾ ਜਾਗਣ ਦਾ ਹੈ। ਅਬ ਕੱਲੂ ਆਇਓ ਰੇ, ਇੱਕ ਨਾਮ ਬੋਵੋ ਬੋਵੋ, ਅਨ ਰੁਤ ਨਾਹੀ, ਮਤ ਭਰਮ ਭੁੱਲੋ ਭੁੱਲੋ। ਪਤਾ ਹੈ ਜੀਵਨ ਦਾ ਵਿਚਾਰ ਕਿ ਇਹ ਹੁਣ ਸਮਾਂ ਹੈਗਾ ਹੈ, ਜੀਵਨ ਦਾ ਜਨਮ ਲਿਆ ਹੈ ਤੇ ਇਹਨੂੰ ਸੰਪੂਰਨ ਕਰਨਾ ਹੈ। ਇਹਦੇ ਵਿੱਚ ਕੁਝ ਮਨੋਰਥ ਹੈ, ਉਸ ਮਨੋਰਥ ਨੂੰ ਸਮਝਣਾ ਹੈ। ਸਤਿਗੁਰੂ ਕਹਿੰਦੇ, ਕਹੈ ਨਾਨਕ ਸੋ ਤਤ ਪਾਏ। ਪਾ ਲੈਂਦੇ ਨੇ ਫਿਰ ਉਸ ਤਤ ਨੂੰ, ਪਾ ਲੈਂਦੇ ਨੇ ਜੀਵਨ ਦੀ ਉਸ ਵਿਚਾਰ ਨੂੰ ਕਿ ਸੰਸਾਰ ਕੀ ਹੈ, ਮਾਇਆ ਕੀ ਹੈ, ਕਿਵੇਂ ਛੁਟਕਾਰਾ ਹੋਵੇਗਾ। ਬਾਣੀ ਪੜ੍ਹਨ ਦੇ ਨਾਲ ਛੁਟਕਾਰਾ ਹੋਵੇਗਾ, ਸਮਝ ਜਾਂਦੇ ਆ। ਗੁਰੂ ਦੇ ਕੋਲ ਬੈਠਣ ਨਾਲ ਛੁਟਕਾਰਾ ਹੋਵੇਗਾ। ਅਣ ਦਿਨ ਹਰ ਲਿਵ ਲੱਗ ਗਏ, ਦਿਨ ਰਾਤ ਫਿਰ ਲਿਵ ਲੱਗ ਜਾਂਦੀ ਹੈ, ਜੁੜੇ ਰਹਿੰਦੇ ਆ ਗੁਰੂ ਦੇ ਨਾਲ, ਕੰਮਕਾਰ ਕਰਦੇ ਹਾਂ, ਨਾਮ ਬੰਦਗੀ ਨਾਲ ਜੁੜੇ ਰਹਿੰਦੇ ਹਰ ਵੇਲੇ। ਜਾਗਤ ਰਹਿਣ ਵਿਹਾਣੀ। ਫਿਰ ਸਤਿਗੁਰੂ ਕਹਿੰਦੇ ਉਹਨਾਂ ਦੀ ਇਹ ਜੀਵਨ ਰੂਪੀ ਜਿਹੜੀ ਰਾਤ ਆ ਨਾ, ਉਹ ਫਿਰ ਜਾਗਦਿਆਂ ਕੱਟ ਲੈਂਦੇ ਆ, ਜਾਗਦੇ ਰਹਿੰਦੇ ਆ। ਫਿਰ ਹਰ ਵੇਲੇ ਜਦੋਂ ਵੀ ਕੋਈ ਕਾਮ ਕ੍ਰੋਧ, ਕੋਈ ਐਸਾ ਹੱਲਾ ਵੱਜਦਾ, ਫਿਰ ਉਹ ਹੋਰ ਪਾਸੇ ਨਹੀਂ ਜਾਂਦੇ, ਫਿਰ ਗੁਰੂ ਵੱਲ ਨੂੰ ਭੱਜਦੇ ਆ। ਫਿਰ ਕਹਿੰਦੇ, ਗੁਰੂ ਕਿਰਪਾ ਕਰ, ਤੂੰ ਬਚਾਉਣਾ ਹੈ ਸਾਨੂੰ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਉਹ ਮਨੁੱਖ ਕਹਿੰਦੇ ਨੇ ਕਿ ਲਾਗੈ ਜਾਗਤ ਰਹਿਣ ਵਿਹਾਣੀ। ਫਿਰ ਉਹ ਜਾਗਦੇ ਨੇ, ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਅਰਦਾਸਾਂ ਕਰਦੇ ਨੇ ਕਿ ਵਾਹਿਗੁਰੂ ਜੀ ਬਖਸ਼ਿਸ਼ ਕਰੋ, ਸਾਡੇ ਉੱਤੇ ਰਹਿਮਤ ਕਰੋ। ਸੋ ਸਤਿਗੁਰੂ ਰਹਿਮਤ ਕਰਨ। ਮਹਾਰਾਜ ਕਹਿੰਦੇ, ਭਾਈ ਤਤ ਦੀ ਵਿਚਾਰ ਗੁਰੂ ਤੋਂ ਬਿਨਾਂ ਨਹੀਂ ਹੈ। ਜੇ ਜੀਵਨ ਦੇ ਮਨੋਰਥ ਨੂੰ ਸਮਝਣਾ ਹੈ, ਜੇ ਕੁਝ ਕਮਾਉਣ ਵਾਸਤੇ ਆਇਆ ਹੈ, ਤੇ ਇਹ ਗੱਲ ਯਾਦ ਰੱਖੀ ਕਿ ਜੀਵਨ ਦਾ ਸਭ ਤੋਂ ਵੱਡਾ ਮਨੋਰਥ ਵਾਹਿਗੁਰੂ ਦੀ ਪ੍ਰਾਪਤੀ ਹੈ, ਸਭ ਤੋਂ ਵੱਡਾ ਤੱਤ। ਤੇ ਉਸ ਸਭ ਤੋਂ ਵੱਡੇ ਤੱਤ ਤੱਕ ਪਹੁੰਚਣ ਦੇ ਵਾਸਤੇ ਆਪੇ ਦੀ ਵਿਚਾਰ ਬੜੀ ਜ਼ਰੂਰੀ ਹੈ। ਆਪੇ ਦੀ ਵਿਚਾਰ ਕਰਾਂਗੇ ਤੇ ਸੰਸਾਰ ਦੀ ਸਮਝ ਆਵੇਗੀ, ਸੰਸਾਰ ਦੀ ਸਮਝ ਆ ਗਈ ਤੇ ਨਿਰੰਕਾਰ ਨਾਲ ਜੁੜ ਜਾਵਾਂਗੇ, ਤੇ ਫਿਰ ਕਦੀ ਵਿਛੋੜਾ ਨਹੀਂ ਹੋਏਗਾ, ਫਿਰ ਕਦੀ ਮਨੁੱਖ ਸੁੱਤਾ ਨਹੀਂ ਜਾਵੇਗਾ ਇਸ ਮਾਇਆ ਦੇ ਵਿੱਚ। ਜਾਗਦਿਆਂ ਉਹਦੀ ਇਹ ਰੈਣ ਬਤੀਤ ਹੋ ਜਾਏਗੀ। ਸਤਿਗੁਰੂ ਰਹਿਮਤ ਕਰਨ, ਸਾਡੇ ਅੰਦਰ ਵੀ ਉਹ ਭਾਵਨਾ ਬਖਸ਼ਿਸ਼ ਸਤਿਗੁਰੂ ਕਰਦੇ ਨੇ। ਆਪਾਂ ਵੀ ਉਹਨਾਂ ਵਾਧੂ ਦੀਆਂ ਗੱਲਾਂ ਨੂੰ ਛੱਡ ਕੇ, ਪਾਪ ਪੁੰਨ ਦੀ ਵਿਚਾਰ ਨੂੰ ਛੱਡ ਕੇ, ਤੇ ਉਸ ਬੰਦਗੀ ਦੇ ਨਾਲ ਜੁੜੀਏ ਜਿਹਦੇ ਨਾਲ ਜੀਵਨ ਬਤੀਤ ਹੋਣਾ ਹੈ, ਜਿਹਦੇ ਨਾਲ ਕੁਝ ਪ੍ਰਾਪਤ ਹੋਣਾ ਹੈ। ਸੋ ਇੰਨੀਆਂ ਕੁ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ। ਸਮਾਪਤੀ ਹੈ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।